ਲੁਧਿਆਣਾ ਪੁਲਿਸ ਵੱਲੋਂ ਨਸ਼ਿਆਂ ਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਗੈਰ ਕਾਨੂੰਨੀ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਹੁਣ ਤੱਕ ਨਸ਼ੇ ਦੀ ਸਪਲਾਈ ਕਰਨ ਵਾਲੇ 15 ਦੋਸ਼ੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਕਮਿਸ਼ਨਰ ਸ਼੍ਰੀ ਰਕੇਸ਼ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਤੱਕ ਪੁਲਿਸ ਵੱਲੋਂ 15 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 54 ਕਰੋੜ ਦੀਆਂ 67 ਲੱਖ ਦੇ ਕਰੀਬ ਨਸ਼ੀਲੀ ਗੋਲੀਆਂ ਅਤੇ 5.5 ਲੱਖ ਦੇ ਕਰੀਬ ਡਰੱਗ ਮਨੀ ਦੀ ਬਰਾਮਦਗੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਮੇਰਠ ਤੋਂ ਖਰੀਦ ਕੇ ਲੁਧਿਆਣਾ ਦੇ ਵੱਖ-ਵੱਖ ਵਿਅਕਤੀਆਂ ਨੂੰ ਵੇਚਦੇ ਸਨ। ਉਹਨਾਂ ਕਿਹਾ ਕਿ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਾਨਯੋਗ सीएम साहब और मानयोग डीजीपी साहब ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਹਿੰਮ ਚਲਾਈ ਹੋਈ ਹੈ, ਜਿਹਦੇ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਲੁਧਿਆਣੇ ਦੇ ਵਿੱਚ ਇਹ ਜਿਹੜੀ ਨਸ਼ੇ ਦੀ ਗੋਲੀਆਂ ਦਾ ਕੰਮ ਹੋ ਰਿਹਾ ਹੈ। ਤੇ 1 ਮਾਰਚ ਨੂੰ ਸਾਡੀ ਪਹਿਲਾ ਰੇਡ ਹੋਈ ਸੀਗੀ, ਫਸਟ ਰੇਡ ਇਸ ਆਪਰੇਸ਼ਨ ਦੀ। ਤੇ ਉਸ ਵੇਲੇ ਅਸੀਂ ਇੱਕ ਅਨੂਪ ਨਾਂ ਦੇ ਬੰਦੇ ਨੂੰ ਫੜਿਆ ਸੀ ਤੇ ਉਸ ਤੋਂ 1.25 ਲੱਖ ਗੋਲੀਆਂ ਨਸ਼ੇ ਦੀਆਂ ਇੰਟੌਕਸੀਕੇਟਿੰਗ ਡਰੱਗ ਜਿਹੜੀ ਕੈਪਸੂਲਸ ਟੈਬਲੇਟਸ ਵਗੈਰਾ ਬਰਾਮਦ ਹੋਈਆਂ ਸੀਗੀਆਂ। ਉਸ ਤੋਂ ਬਾਅਦ ਇਹ ਸਾਡੇ ਆਪਰੇਸ਼ਨ ਦੀ ਸ਼ੁਰੂਆਤ ਸੀਗੀ। ਅਸੀਂ ਅਨੂਪ ਦੀ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਤੇ ਪਤਾ ਲਗਾਇਆ ਕਿ ਇਹ ਕਿਹੜੇ ਬੰਦੇ ਤੋਂ ਇਹ ਗੋਲੀਆਂ ਨਸ਼ੇ ਦੀਆਂ ਖਰੀਦਦਾ ਸੀ, ਕਿਸ ਤਰੀਕੇ ਨਾਲ ਇਸ ਤੱਕ ਗੋਲੀਆਂ ਪਹੁੰਚਦੀ ਸੀਗੀਆਂ ਤੇ ਕਿਸ ਤਰੀਕੇ ਨਾਲ ਇਹ ਪੈਸੇ ਉਹਨਾਂ ਨੂੰ ਸਪਲਾਇਰਸ ਨੂੰ ਦਿੰਦਾ ਸੀ ਤੇ ਅੱਗੇ ਗੋਲੀਆਂ ਨੂੰ ਇਹ ਕਿਸ ਤਰੀਕੇ ਨਾਲ ਵੇਚਦਾ ਸੀ। ਉਸ ਸਾਰੇ ਫਾਰਵਰਡ ਔਰ ਬੈਕਵਰਡ ਲਿੰਕੇजेस ਦੀ ਅਸੀਂ ਡੂੰਘਾਈ ਤੱਕ ਜਾ ਕੇ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਇਹ ਅਨੂਪ ਲੁਧਿਆਣੇ ਦੇ ਵਿੱਚ ਵੱਖ-ਵੱਖ ਬੰਦਿਆਂ ਨੂੰ ਇਹ ਗੋਲੀਆਂ ਸਪਲਾਈ ਕਰਦਾ ਸੀ ਤੇ ਜਿਹੜੇ ਬੰਦਿਆਂ ਨੂੰ ਵੀ ਗੋਲੀਆਂ ਇਹ ਸਪਲਾਈ ਕਰਦਾ ਸੀ ਉਹਨਾਂ ਤੇ ਵੀ ਅਸੀਂ ਇਮੀਡੀਏਟਲੀ ਰੇਡ ਕੀਤੀ। ਉਹਨਾਂ ਦੇ ਰੰਗੇ ਹੱਥੀ ਉਹਨਾਂ ਤੋਂ ਗੋਲੀਆਂ ਨਸ਼ੇ ਦੀਆਂ ਬਰਾਮਦ ਹੋਈਆਂ। ਉਹਨਾਂ ਦੇ ਖਿਲਾਫ ਅਸੀਂ ਫਿਰ ਵੱਖ-ਵੱਖ ਪਰਚੇ ਦਰਜ ਕੀਤੇ। ਹੁਣ ਤੱਕ ਇਸ ਆਪਰੇਸ਼ਨ ਦੇ ਵਿੱਚ 6 ਪਰਚੇ ਦਰਜ ਹੋ ਚੁੱਕੇ ਹਨ। ਜਿਹੜਾ ਮੇਨ ਚੀਜ਼ ਸੀਗੀ, ਜਿਹੜੇ ਬੰਦੇ ਇਸ ਤੋਂ ਇਹ ਖਰੀਦਦਾ ਸੀ ਉਹ ਸਪਲਾਇਰ, ਜਿਹੜੇ ਵੱਡੇ ਸਪਲਾਇਰ ਸੀ, ਉਹ ਆਮ ਤੌਰ ਤੇ ਬਚ ਜਾਂਦੇ ਸੀ। ਉਹਨਾਂ ਤੱਕ ਅਸੀਂ ਫਿਰ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਪਤਾ ਲੱਗਿਆ ਕਿ ਉਹ ਮੇਰਠ ਤੋਂ ਇਸ ਨੂੰ ਸਪਲਾਈਜ਼ ਬਲਕ ਦੇ ਵਿੱਚ ਆ ਰਹੀ ਸੀਗੀਆਂ। ਤੇ ਫਿਰ ਪੁਲਿਸ ਨੇ ਆਪਣੇ ਪ੍ਰੋਡਕਸ਼ਨ ਆਪਣੇ ਜੱਜ ਸਾਹਿਬ ਤੋਂ ਆਰਡਰ ਵਗੈਰਾ ਲੈ ਕੇ ਪਰਮਿਸ਼ਨ ਲੈ ਕੇ ਮੇਰਠ ਰੇਡ ਕੀਤੀ ਤੇ ਮੇਰਠ ਦੇ ਵਿੱਚ ਜਿਹੜੀ ਇਹਨਾਂ ਨੇ ਇਲੀਗਲ ਸਟੋਰ ਬਣਾ ਕੇ ਆਪਣੀ ਦਵਾਈਆਂ ਰੱਖੀਆਂ ਹੋਈਆਂ ਸੀਗੀਆਂ ਦੇ ਸਾਥੀਆਂ ਨੇ, ਉਹ ਅਸੀਂ ਬਰਾਮਦ ਕੀਤੀਆਂ। 4 ਮੁਲਜ਼ਮ ਮੇਰਠ ਤੋਂ ਅਸੀਂ ਫੜੇ ਤੇ ਉਹਨਾਂ ਦੇ ਜਿਹੜੇ ਗੋਡਾਊਨਸ ਵਗੈਰਾ ਸੀਗੇ ਉੱਥੋਂ ਤੁਹਾਨੂੰ ਤਕਰੀਬਨ ਟੋਟਲ ਹੁਣ ਤੱਕ ਮਿਲਾ ਕੇ 67 ਲੱਖ ਇੰਟੌਕਸੀਕੇਟਿੰਗ ਟੈਬਲੇਟਸ, ਜਿਨ੍ਹਾਂ ਨੂੰ ਕਿ ਅਸੀਂ ਫਾਰਮਾ ਓਪੀਓਇਡ ਕੈਟੇਗਰੀ ਦੇ ਵਿੱਚ ਮੰਨਦੇ ਹਾਂ, ਉਹ ਕੈਪਸੂਲ, ਇੰਜੈਕਸ਼ਨ, ਸੀਰਪ, ਇਹ ਸਾਰੇ ਬਰਾਮਦ ਹੋਏ ਹਨ। ਇਹਨਾਂ ਦੀ ਜਿਹੜੀ ਡਰੱਗਸ ਟੋਟਲ ਹੁਣ ਤੱਕ ਜਿਹੜੀ ਬਰਾਮਦ ਹੋਈਆਂ, ਉਹਨਾਂ ਦੀ ਜਿਹੜੀ ਮਾਰਕੀਟ ਵੈਲਿਊ ਹੈ ਉਹ 54 ਕਰੋੜ 54 ਕਰੋੜ ਰੁਪਏ ਦੀ ਹੈ ਬਰਾਮਦਗੀ ਹੁਣ ਤੱਕ ਇਹ ਹੋਈ ਹੈ। ਇਹ ਜਿਹੜੀ ਡਰੱਗਸ ਹੈ ਆਮ ਤੌਰ ਤੇ ਇਹ ਪ੍ਰਿਸਕ੍ਰਿਪਸ਼ਨ ਡਰੱਗਸ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਡਾਕਟਰ ਦੀ ਪਰਚੀ ਤੋਂ ਬਾਅਦ ਹੀ ਕੋਈ ਇਹਨਾਂ ਨੂੰ ਵੇਚ ਸਕਦਾ ਹੈ ਤੇ ਬਿਨਾਂ ਲਾਇਸੈਂਸ ਲਏ ਇਹਨਾਂ ਨੂੰ ਕੋਈ ਬਣਾ ਨਹੀਂ ਸਕਦਾ। ਇਹ ਅਕਿਊਜ਼ਡ ਇਹਨਾਂ ਨੂੰ ਬਿਲਕੁਲ ਬਿਨਾਂ ਲਾਇਸੈਂਸ ਲਏ ਹੀ ਬਣਾ ਰਹੇ ਸੀ, ਸਟੋਰ ਕਰ ਰਹੇ ਸੀ ਤੇ ਵੇਚ ਰਹੇ ਸੀ। ਇਸ ਕਰਕੇ ਇਹਨਾਂ ਨੂੰ ਅਸੀਂ ਫੜਿਆ ਹੈ। ਡਰੱਗਸ ਮਨੀ ਇਹਨਾਂ ਤੋਂ ਤਕਰੀਬਨ 5,44,000 ਰੁਪਏ ਦੀ ਡਰੱਗਸ ਮਨੀ ਵੀ ਬਰਾਮਦ ਹੋਈ ਹੈ। ਇਸ ਗੈਂਗ ਦੇ ਟੋਟਲ 15 ਮੁਲਜ਼ਮ ਹੁਣ ਤੱਕ ਅਸੀਂ ਫੜਨ ਦੇ ਵਿੱਚ ਸਫਲ ਹੋ ਪਾਏ ਹਨ, ਜਿਹਦੇ ਵਿੱਚ ਕੂਰੀਅਰ ਦੇ ਥਰੂ ਕਈ ਵਾਰੀ ਇਹ ਗੋਲੀਆਂ ਆਉਂਦੀ ਸੀਗੀਆਂ ਮੇਰਠ ਤੋਂ, ਉਹ ਕੂਰੀਅਰ ਵਾਲੇ ਵੀ ਅਸੀਂ ਫੜੇ ਹੈ। ਜਿਹੜੇ ਬੰਦੇ ਇਹਨਾਂ ਨੂੰ ਪੈਸੇ ਮੇਰਠ ਤੱਕ ਭੇਜਣ ਦੇ ਵਿੱਚ ਮਦਦ ਕਰਦੇ ਸੀਗੇ ਉਹ ਵੀ ਫੜੇ ਹੈ ਤੇ ਬਾਕੀ ਇਸ ਪੂਰੇ ਗੈਂਗ ਦਾ ਅਸੀਂ ਖਾਤਮਾ ਕਰ ਦਿੱਤਾ ਹੈ। ਸਾਰਾ ਮੇਰਠ ਤੋਂ ਹੀ ਆ ਰਿਹਾ ਸੀ ਜਾਂ ਹੋਰ ਕਿਸੇ ਸ਼ਹਿਰ ਤੋਂ ਟਾਰਗੇਟ ਹੋ ਰਹੀ ਸੀ? ਬਿਲਿੰਗ ਵੀ ਉੱਥੇ ਹੋ ਰਹੀ ਸੀ? ਜਿਹੜਾ ਇਹ ਗੈਂਗ ਹੈ ਇਹ ਮੇਰਠ ਇਹਨਾਂ ਦਾ ਅੱਡਾ ਸੀ। ਮੇਰਠ ਇਹ ਸਟੋਰ ਕਰਕੇ ਇਹ ਪੰਜਾਬ ਦੇ ਵਿੱਚ ਇਹ ਨਸ਼ੇ ਦੀ ਖੇਪ ਕਰ ਰਹੇ ਸੀ, ਭੇਜ ਰਹੇ ਸੀ, ਜਿਸ ਨੂੰ ਕਿ ਅਸੀਂ ਨਿਊਟਰਲਾਈਜ਼ ਕਰ ਲਿਆ ਹੈ। ਤੇ ਬਾਕੀ ਇਹਨਾਂ ਦੀ ਜਿਹੜੀ ਔਰ ਪੁੱਛਗਿੱਛ ਹੈ ਮੇਰਠ ਵਾਲਿਆਂ ਦੀ, ਉਹ ਵੀ ਅਸੀਂ ਕਰ ਰਹੇ ਹਾਂ ਕਿ ਇਹ ਕਿੱਥੇ ਔਰ ਭੇਜਦੇ ਸੀਗੇ। ਉਸ ਤੋਂ ਬਾਅਦ ਫਿਰ ਅਸੀਂ ਔਰ ਵੀ ਖੁਲਾਸੇ ਕਰਾਂਗੇ। ਸਰ, ਲੁਧਿਆਣਾ ਦੇ ਮੁੱਖ ਸ਼ਹਿਰ ਵੀ ਤੁਹਾਡੇ ਸਾਹਮਣੇ ਆਏ ਨੇ ਜਿਹੜੇ ਪੰਜਾਬ ਦੇ ਵਿੱਚ ਸਮਗਲਿੰਗ ਕਰਦੇ ਹੋਣਗੇ। ਜਿਹੜੇ ਸਾਨੂੰ ਹੁਣ ਤੱਕ ਦੀ ਪੁੱਛਗਿੱਛ ਦੇ ਵਿੱਚ ਆਇਆ ਹੈ ਕਿ ਇਹ ਮੇਰਠ ਤੋਂ ਖਰੀਦਦੇ ਸੀਗੇ ਸਾਮਾਨ ਐਂਡ ਫਿਰ ਲੁਧਿਆਣੇ ਦੇ ਵਿੱਚ ਵੱਖ-ਵੱਖ ਬੰਦਿਆਂ ਨੂੰ ਇਹ ਵੇਚਦੇ ਸੀਗੇ। ਇੱਥੇ ਕੋਈ ਇਸ ਲੀਡਰ ਵੀ ਸ਼ਾਮਲ ਹੈ ਜੀ ਵਿੱਚ? ਕੋਈ ਇੱਕ ਲੀਡਰ ਵੀ ਫੜਿਆ ਜੀ ਕਿਸੇ ਪਾਰਟੀ ਦਾ? ਉਹ ਅਸੀਂ FIR ਦੇ ਵਿੱਚ ਉਹਦਾ ਨਾਂ ਹੈ, ਲੇਕਿਨ ਅਸੀਂ ਉਸ ਨੂੰ ਵੈਰੀਫਾਈ ਕਰ ਰਹੇ ਹਾਂ। ਜਿਹੜੇ ਪ੍ਰੈਮਿਸਿਸ ਤੋਂ ਸਾਨੂੰ ਪਹਿਲਾਂ ਗੋਲੀਆਂ ਮਿਲੀ ਸੀਗੀਆਂ 1 ਮਾਰਚ ਨੂੰ, ਉਹ ਪ੍ਰੈਮਿਸਿਸ ਇੱਕ ਪੋਲੀਟੀਕਲ ਬੰਦੇ ਦਾ ਸੀ, ਉਹਦੇ ਫੈਮਿਲੀ ਦੇ ਨਾਂ 'ਤੇ ਰਜਿਸਟਰਡ ਸੀ। ਉੱਥੇ ਇਹਨਾਂ ਨੇ ਕਿਰਾਏ 'ਤੇ ਲਿਆ ਹੋਇਆ ਸੀ। ਉਸ ਨੂੰ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਰਾ ਚੈੱਕ ਕਰ ਰਹੇ ਹਾਂ ਤੇ ਜੇ ਕਿਸੇ ਦੀ ਵੀ ਕੋਈ ਸ਼ਮੂਲੀਅਤ ਪਾਈ ਗਈ ਉਹਦੇ ਖਿਲਾਫ ਅਸੀਂ ਐਕਸ਼ਨ ਲਵਾਂਗੇ। ਇੰਨੀ ਵੱਡੀ ਕੁਆਂਟੀਟੀ ਕੀ ਚੀਜ਼?
ਸਰ ਪੋਲੀਟੀਕਲ ਜਿਵੇਂ ਪ੍ਰੈਸ਼ਰਾਈਜ਼ ਅੰਡਰ ਨਹੀਂ ਨਹੀਂ, ਇਹਦਾ ਮੇਰਠ ਜਿਹਦੇ ਵਿੱਚ ਜਦੋਂ ਅਸੀਂ ਮੇਰਠ ਵੀ ਰੇਡ ਕੀਤੀ ਹੈ, ਪੂਰੇ ਡਰੱਗ ਇੰਸਪੈਕਟਰਸ ਨੂੰ ਨਾਲ ਲੈ ਕੇ ਰੇਡ ਕੀਤੀ ਹੈ। ਮੇਰਠ ਪੁਲਿਸ ਨੇ ਵੀ ਸਾਨੂੰ ਪੂਰਾ ਕੋਆਪਰੇਟ ਕੀਤਾ ਹੈ, ਕਿਸੇ ਤਰੀਕੇ ਦਾ ਕੋਈ ਪ੍ਰੈਸ਼ਰ ਨਹੀਂ। ਸਰ ਇਸ ਮਾਮਲੇ 'ਚ ਕਿੰਗਪਿਨ ਕੌਣ ਲੱਗਦਾ ਹੈ, ਉਹਦੇ ਤੱਕ ਪਹੁੰਚ ਪਾਈ ਹੈ ਪੁਲਿਸ? ਇਹਦਾ ਦੇਖੋ ਹੁਣ ਤੱਕ ਜੋ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਅਸੀਂ ਸਭ ਤੋਂ ਪਹਿਲਾਂ ਬੰਦਾ ਫੜਿਆ ਸੀ ਅਨੂਪ, ਉਹ ਇਹਦਾ ਜਿਹੜਾ ਸੀਗਾ ਮਾਸਟਰਮਾਈਂਡ ਸੀ, ਉਹੀ ਅੱਗੇ ਮੇਰਠ ਤੋਂ ਮੰਗਾਉਂਦਾ ਸੀ ਤੇ ਉਹੀ ਅੱਗੇ ਗਾਂਹ ਜਾ ਕੇ ਬੰਦਿਆਂ ਨੂੰ ਦੂਜਿਆਂ ਨੂੰ ਰਿਟੇਲ ਦੇ ਵਿੱਚ ਦਿੰਦਾ ਸੀ। ਟਰਾਂਸਪੋਰਟੇਸ਼ਨ ਕਿਹੜੀ ਯੂਜ਼ ਕੀਤੀ ਜਾਂਦੀ ਸੀ ਇਹਦੇ ਵਿੱਚ? ਕਿਸ ਤਰ੍ਹਾਂ ਇਹ ਮੇਰਠ ਤੋਂ ਲੁਧਿਆਣੇ ਤੱਕ ਕਿਸ ਤਰ੍ਹਾਂ ਆਉਂਦੀਆਂ ਸੀ ਇਹ ਇਹਦੇ drugs? ਵਿੱਚ ਜਿਹੜੇ ਕੂਰੀਅਰ ਨੂੰ ਅਸੀਂ ਯੂਜ਼ ਕਰਦੇ ਸੀ, ਅਸੀਂ ਉਸ ਨੂੰ ਵੀ ਫੜ ਲਿਆ ਹੈ। ਜਿਹੜੇ ਬੰਦਿਆਂ ਦੇ ਥਰੂ ਪੈਸੇ ਭੇਜਦੇ ਸੀਗੇ ਮੇਰਠ, ਉਹਨਾਂ ਨੂੰ ਵੀ ਅਸੀਂ ਫੜ ਲਿਆ ਹੈ। ਉਹ ਸਾਰਾ ਅਸੀਂ ਗੈਂਗ ਦੇ ਵਿੱਚ ਸਾਰਿਆਂ ਨੂੰ ਸ਼ਾਮਿਲ ਕਰਕੇ ਅਰੈਸਟ ਕਰ ਲਿਆ। ਸਰ ਕਿੰਨਾ ਚਿਰ ਤੋਂ ਚੱਲ ਰਿਹਾ ਨਸ਼ੇ ਦਾ ਵਪਾਰ? ਇਹ ਕਾਫੀ ਟਾਈਮ ਤੋਂ ਇਹਨਾਂ ਦਾ ਚੱਲ ਰਿਹਾ ਸੀ ਐਂਡ ਹਰੇਕ ਦਾ ਆਪਣਾ ਸਮੇਂ ਹੁੰਦਾ ਹੈ। ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਆਈ, ਅਸੀਂ ਇਹਨਾਂ ਦੇ ਟਰੈਪ ਲਗਾਇਆ ਐਂਡ ਇਹਨਾਂ ਨੂੰ ਅਸੀਂ ਕਾਬੂ ਕਰ ਲਿਆ। ਇਹਦਾ ਬੈਕਗ੍ਰਾਉਂਡ ਕੀ ਹੈ ਸਾਰਿਆਂ ਦਾ ਜੀ? ਨੂੰ ਜਿਹੜੇ ਬੰਦੇ ਫੜੇ ਗਏ ਉਹਨਾਂ ਤੇ ਪਹਿਲਾਂ ਵੀ ਕੋਈ ਹੈ ਐਨਡੀਪੀਐਸ ਐਕਟ ਦੇ ਕੋਈ ਧਾਰਾ ਲੱਗੀ, ਕੋਈ ਐਫਆਈਆਰ ਹੋਈ ਦਰਜ? ਇਹ ਅਸੀਂ ਚੈੱਕ ਕਰ ਰਹੇ ਹਾਂ ਕਿ ਅਨੂਪ ਵਗੈरह ਦੇ ਖਿਲਾਫ ਇੱਕ ਆधा पर्चा पहला भी है, छोटा मोटा, ਅਸੀਂ ਚੈੱਕ ਕਰ ਲੈਂਗੇ। सर अभी भी लुधियाना के आउटर एरिया में जितने भी मेडिकल स्टोर हैं विदाउट प्रिस्क्रिप्शन मेडिसिन देते हैं, तो उनको क्या मैसेज देना चाहते हैं? ਦੇਖੋ ਇਹ ਜਿਹੜਾ ਜਿੰਨੇ ਕੁ ਵੀ ਕੋਈ ਜਿਹੜੀ ਡਰੱਗਸ ਐਨਡੀਪੀਐਸ ਦੀ ਕੈਟਾਗਰੀ ਦੇ ਵਿੱਚ ਆਉਂਦੀਆਂ, ਲੇਕਿਨ ਉਹਨਾਂ ਦੀ ਮੈਡੀਸਿਨਲ ਵੈਲਿਊ ਵੀ ਹੁੰਦੀ ਹੈ। ਜਿੱਦਾਂ ਟ੍ਰੈਮਾਡੋਲ ਹੈ, ਉਹ ਨੀਂਦ ਲਈ ਵੀ ਕਈ ਵਾਰੀ ਡਾਕਟਰ ਪ੍ਰੈਸਕ੍ਰਾਈਬ ਕਰਦੇ ਹਨ, ਲੇਕਿਨ ਜੇ ਕਿਸੇ ਨੂੰ ਲੱਤ ਲੱਗ ਜਾਏ ਤੇ ਉਹ ਐਡਿਕਸ਼ਨ ਦੀ ਕੈਟਾਗਰੀ ਦੇ ਵਿੱਚ ਵੀ ਆਉਂਦੀ ਹੈ। ਸਾਰੇ ਕੈਮਿਸਟਾਂ ਨੂੰ ਇਹ ਵਾਰਨਿੰਗ ਹੈ ਕਿ ਜਿਹੜੀ ਡਰੱਗਸ ਹੈ ਉਹ ਕੇਵਲ ਡਾਕਟਰ ਦੀ ਪ੍ਰੈਸਕ੍ਰਿਪਸ਼ਨ 'ਤੇ ਹੀ ਵੇਚੀਆਂ ਜਾਣ, ਖਾਸ ਕਰ ਇਸ ਤਰੀਕੇ ਦੀ ਜਿਹੜੀ ਹੈਬਿਟ ਫਾਰਮਿੰਗ ਡਰੱਗਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ। ਤੇ ਜੇ ਕੋਈ ਵੀ ਕੈਮਿਸਟ ਬਿਨਾਂ ਪ੍ਰੈਸਕ੍ਰਿਪਸ਼ਨ ਤੋਂ ਡਰੱਗਸ ਵੇਚਦਾ ਪਾਇਆ ਗਿਆ ਤੇ ਜੇ ਫੜਿਆ ਗਿਆ ਤੇ ਅਸੀਂ ਉਸ ਦੇ ਖਿਲਾਫ ਸਖਤ ਐਕਸ਼ਨ ਲਵਾਂਗੇ। ਗਰਾਊਂਡ ਲੈਵਲ ਤੇ ਜਿਹੜੇ ਅਧਿਕਾਰੀਆਂ ਨੇ ਇੱਥੇ ਕੰਮ ਕੀਤਾ, ਉਹਨਾਂ ਦੇ ਨਾਮ ਦੱਸੋਗੇ? ਇਹਦੇ ਵਿੱਚ ਜੁਆਇੰਟ ਸੀਪੀ ਸਿਟੀ ਦੀਪਕ ਪਾਰੇਖ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਆਪਰੇਸ਼ਨ ਚੱਲਿਆ। ਏਡੀਸੀਪੀ 1 ਪ੍ਰਗਿਆ ਜੈਨ, ਉਹਨਾਂ ਨੇ ਇਸ ਦੇ ਵਿੱਚ ਐਕਟਿਵ ਪਾਰਟਿਸਿਪੇਸ਼ਨ ਕੀਤੀ। ਏਸੀਪੀ ਵਰਿਆਮ ਸਿੰਘ, ਏਸੀਪੀ ਸੈਂਟਰਲ ਜਿਹੜੇ ਆ, ਉਸ ਤੋਂ ਇਲਾਵਾ ਐਸਐਚਓਜ਼ ਜਿਹੜੇ ਉਸ ਏਰੀਏ ਆਪਣੇ ਸਬ ਡਿਵੀਜ਼ਨ ਦੇ ਐਸਐਚਓਜ਼ ਹੈ, 2 ਨੰਬਰ 3 ਨੰਬਰ 4 ਨੰਬਰ, ਉਹਨਾਂ ਨੇ ਇਸ ਦੇ ਵਿੱਚ ਹਿੱਸਾ ਲਿਆ। ਤੇ ਇਸ ਤੋਂ ਬਾਅਦ ਏਸੀਪੀ ਹਰਪਾਲ ਸਿੰਘ ਦਾ ਇਸ ਦੇ ਵਿੱਚ ਅਹਿਮ ਯੋਗਦਾਨ ਰਿਹਾ। ਤੇ ਔਰ ਵੀ ਕਾਫੀ ਸਾਰੀ ਟੀਮ, ਜਦੋਂ ਵੀ ਕੋਈ ਆਪਾਂ ਰੇਡ ਕਰਦੇ ਹਾਂ ਇੰਨੀ ਵੱਡੀ ਜਿਹਦੇ ਵਿੱਚ 54 ਕਰੋੜ ਦੀ ਰਿਕਵਰੀ ਹੋਈ ਹੋਵੇ, ਕਾਫੀ ਪੁਲਿਸ ਦੀ ਪਾਰਟੀਜ਼ ਟੀਮਸ ਉਹਦਾ ਹਿੱਸਾ ਹੁੰਦੀਆਂ। ਕਈਆਂ ਦਾ ਨਾਂ ਹੀ ਨਹੀਂ ਪਤਾ ਲੱਗਦਾ, ਕਈਆਂ ਦੀ ਆਪਣੀ ਇਨਫੋਰਮੇਸ਼ਨ ਹੁੰਦੀ ਹੈ, ਉਹਨਾਂ ਦਾ ਅਸੀਂ ਨਾਂ ਨਹੀਂ ਦੱਸ ਸਕਦੇ। ਇਹ ਸਾਰੀ ਟੀਮ ਦਾ ਇੱਕ ਜੁਆਇੰਟ ਵਰਕ ਹੈ। ਇਹ ਆਪਰੇਸ਼ਨ ਕਿੰਨੇ ਦਿਨ ਚੱਲਿਆ? ਇਹ ਦੇਖੋ ਫਸਟ ਆਪਰੇਸ਼ਨ ਤਾਂ ਕਾਫੀ ਦਿਨ ਦੇ ਅਸੀਂ ਆਪਣੇ ਇਨਫੋਰਮਰਸ ਲਗਾਏ ਹੋਏ ਸੀ, ਲੇਕਿਨ ਫਸਟ ਜਿਹੜੀ ਐਫਆਈਆਰ ਹੈ ਉਹ ਅੱਜ ਤੋਂ ਤਕਰੀਬਨ 20 ਦਿਨ ਪਹਿਲਾਂ ਰਜਿਸਟਰ ਹੋਈ ਸੀਗੀ। 1 ਮਾਰਚ ਨੂੰ ਪਹਿਲੀ ਐਫਆਈਆਰ ਰਜਿਸਟਰ ਹੋਈ ਸੀਗੀ ਐਂਡ ਹੁਣ ਤੱਕ ਅਸੀਂ 6 ਐਫਆਈਆਰਾਂ ਇਹਦੇ ਵਿੱਚ ਰਜਿਸਟਰ ਕਰ ਚੁੱਕੇ ਹਾਂ। 15 ਮੁਲਜ਼ਮਾਂ ਨੂੰ ਜੇਲ੍ਹ ਦੇ ਪਿੱਛੇ ਭੇਜ ਚੁੱਕੇ ਹਾਂ। ਸਰ ਇੱਕ ਦੱਸਣਾ ਇਹਦੇ ਵਿੱਚ ਜਿਹੜਾ ਸਤੀਸ਼ ਨਾਗਰ ਦਾ ਰੋਲ ਆਇਆ ਸੀ, ਉਹਨੂੰ ਅਸੀਂ ਕਹਿ ਸਕਦੇ ਕਲੀਨ ਚਿੱਟਾ ਜਾਂ ਅੰਡਰ ਨਹੀਂ, ਇਨਵੈਸਟੀਗੇਸ਼ਨ ਹੈ? ਉਹਦਾ ਅੰਡਰ ਇਨਵੈਸਟੀਗੇਸ਼ਨ ਹੈ, ਹਲੇ ਸਾਰਾ ਕੁਝ ਅਸੀਂ ਚੈੱਕ ਕਰ ਰਹੇ ਹਾਂ। ਠੀਕ। ਸਰ ਜੀ